क्वेश्चन टास्क टू दा अज कल कॉज एंड इफेक्ट वाला कीता सी, अज फिर एक कॉज एंड इफेक्ट वाला ऐसे करना। सिंपल ऐसे जड़ा ग्लोबल वार्मिंग इज वन ऑफ द मेजर इश्यूज फेस्ड बाय पीपल ऑफ 21st सेंचुरी। ग्लोबल वार्मिंग जड़ा वा एक सब तो मेजर इशू है, जड़ा मेजर प्रॉब्लम जी अजकल के लोग फेस करते पे पीपल ऑफ 21st सेंचुरी मतलब असी। What are the reasons behind global warming? की कारण ने global warming ਦੇ ਪਿੱਛੇ and how it is impacting life, ਤੇ ਇਹ ਲਾਈਫ ਨੂੰ ਇੰਪੈਕਟ ਕਿਸ ਤਰੀਕੇ ਨਾਲ ਕਰਦੀ ਪਈ, ਯਾਨੀ ਕਿ ਇਹਦੇ ਕੀ ਇਫੈਕਟ ਪੈ ਰਹੇ ਨੇ ਲਾਈਫ ਦੇ ਉੱਤੇ। ਠੀਕ ਹੈ, ਹੁਣ ਬਿਲਕੁਲ ਸਿੰਪਲ ਐਸੇ ਆ। ਪਹਿਲਾਂ ਗਲੋਬਲ ਵਾਰਮਿੰਗ ਆਪਾਂ ਕੀ ਕਰਦੇ ਸੀ, ਮਲਟੀਪਲ ਰੀਜ਼ਨਸ ਦੱਸ ਦਿੰਦੇ ਸੀ, ਮਲਟੀਪਲ ਰੀਜ਼ਨਸ ਦੱਸੀ ਜਾਣੇ, ਐਡ ਆਨ ਕਰੀ ਜਾਣੇ, ਹਾਊ ਓਵਰ ਮੋਰ ਓਵਰ ਲਗਾ ਕੇ, ਤੇ ਉਹਦੇ ਮਲਟੀਪਲ ਹੀ ਸੋਲੂਸ਼ਨ ਦੱਸ ਦੇਣਾ। ਇਹ ਅਪਰੋਚ ਨਾ ਕਰਿਓ ਹੁਣ, ਕਿਉਂਕਿ ਇਹਦੇ ਨਾਲ ਜਿਹੜੇ ਆ 5-5.5 ਬੈਂਡ ਤੱਕ ਟਾਰਗੇਟ ਕਰਦੇ ਆ ਸਰ, ਇਹ ਆਪਾਂ ਨਹੀਂ ਕਰਦੇ। ਆਪਣਾ ਸਟਰਕਚਰ ਉਹੀ ਰਹੇਗਾ ਸੇਮ। ਪਹਿਲਾਂ ਜਦੋਂ ਬੋਡੀ ਪੈਰਾਗ੍ਰਾਫ ਬਣਾਉਣੇ ਆਪਾਂ, ਠੀਕ ਹੈ, ਸਭ ਤੋਂ ਪਹਿਲਾਂ ਸੈਂਟੈਂਸ ਰਹੇਗਾ ਟੌਪੀਕਲ ਸੈਂਟੈਂਸ, ਜਿਹਨੂੰ ਆਪਾਂ ਕਹਿੰਦੇ ਆ ਮੇਨ ਪੁਆਇੰਟ ਜਿਹਨੂੰ ਕਹਿੰਦੇ ਆ। ਇੱਥੇ ਆਪਾਂ ਮੇਨ ਪੁਆਇੰਟ ਲਿਖਦੇ ਆ, ਫਿਰ ਇੱਥੇ ਦੱਸਣਾ ਵੀ ਉਹ ਕਿਸ ਤਰੀਕੇ ਦੇ ਨਾਲ ਇਦਾਂ ਹੋ ਰਿਹਾ। ठीक है, ਜਿਹੜੇ ਪੁਆਇੰਟਸ ਤੁਸੀਂ ਮਲਟੀਪਲ ਆਨਸਰਸ ਲਿਖਣੇ, ਮਲਟੀਪਲ ਰੀਜ਼ਨਸ ਲਿਖਣੇ ਆ ਨਾ, ਉਹ ਇਸ ਚੀਜ਼ ਦੇ ਉੱਪਰ ਲਿਖਣੇ ਆ। ਜਿੱਥੇ ਐਕਸਪਲੇਨੇਸ਼ਨ ਗਿਵਨ ਹੈ ਉੱਥੇ ਲਿਖਣੇ ਆ ਸਾਰੀਆਂ ਚੀਜ਼ਾਂ। ਠੀਕ ਹੈ, ਆ ਮਲਟੀਪਲ ਰੀਜ਼ਨਸ ਇੱਥੇ ਲਿਖਣੇ ਆ। ਜਦੋਂ ਬੋਡੀ ਪੈਰਾਗ੍ਰਾਫ 2 ਬਣਾਓਗੇ ਉਹਦਾ ਵੀ ਟੌਪੀਕਲ ਸੈਂਟੈਂਸ ਦੇਣਾ, ਫਿਰ ਮਲਟੀਪਲ ਸੋਲੂਸ਼ਨਸ ਜਿਹੜੇ ਆ ਇੱਥੇ ਲਿਖਣੇ। ये सिंपल बिल्कुल आगे लिखाओगे विदाउट एग्जांपल, विदाउट टॉपिकल सेंटेंस, ਤੇ 5-5.5 ਪੈਨ ਨੂੰ ਟਾਰਗੇਟ ਕਰੂਗਾ। ਸੋ ਆਪਾਂ ਇਹਦੇ ਦੇਖਦੇ ਹਾਂ ਪਹਿਲਾਂ ਕਾਜ਼ਸ। ਕਾਜ਼ਸ ਇਹਦੇ ਕੀ ਹੋਣਗੇ, ਤੇ ਸੈਕੰਡ ਆਪਾਂ ਚੀਜ਼ ਦੇਖਣੀ ਆ ਸੋਲੂਸ਼ਨ ਇਹਦੇ। ਹੁਣ ਕਾਜ਼ਸ ਲਿਖਾਓ ਪਹਿਲਾਂ, ਕੀ ਕਾਰਨ ਹੋ ਸਕਦੇ, ਫਿਰ ਆਪਾਂ ਦੇਖਾਂਗੇ ਵੀ ਸੌਰੀ ਸੋਲੂਸ਼ਨ ਨਹੀਂ ਲਿਖਣਾ, ਇੱਥੇ ਇਫੈਕਟਸ ਲਿਖਣੇ, ਇਹਦੇ ਕੀ ਪ੍ਰਭਾਵ ਪੈਂਦਾ। ਹੁਣ ਕਾਜ਼ਸ ਲਿਖਾਓ ਇਹਦੇ ਪਹਿਲਾਂ ਵੀ ਕੀ ਕਾਜ਼ ਹੋ ਸਕਦਾ। ਕੀ ਕਾਜ਼ ਹੋ ਸਕਦੇ, ਗਲੋਬਲ ਵਾਰਮਿੰਗ ਕਿਉਂ ਹੋ ਰਹੀ ਹੈ। ਗਲੋਬਲ ਵਾਰਮਿੰਗ ਪੋਲੂਸ਼ਨ ਕਰਕੇ। ਪਤਾ ਗਲੋਬਲ ਵਾਰਮਿੰਗ ਕੀ ਹੁੰਦੀ ਹੈ? ਕੋਈ ਇਦਾਂ ਦਾ ਨਹੀਂ ਵੀ ਜਿਹਨੂੰ ਗਲੋਬਲ ਵਾਰਮਿੰਗ ਦਾ ਨਹੀਂ ਪਤਾ ਕੀ ਚੀਜ਼ ਹੁੰਦੀ ਹੈ। ਜਦੋਂ ਧਰਤੀ ਦਾ ਟੈਂਪਰੇਚਰ ਗਰਮ ਹੋਈ ਜਾ ਰਿਹਾ ਵਾ, ਹੋਰ ਗਰਮ ਹੋਈ ਜਾ ਰਹੀ ਧਰਤੀ, ਉਹਦੇ ਸਰਾਊਂਡਿੰਗਸ ਗਰਮ ਹੋਈ ਜਾ ਰਹੀਆਂ, ਉਹਨੂੰ ਆਪਾਂ ਕਹਿੰਦੇ ਹਾਂ ਗਲੋਬਲ ਵਾਰਮਿੰਗ। ਗਲੋਬਲ ਮਤਲਬ ਧਰਤੀ, ਵਾਰਮਿੰਗ ਮਤਲਬ ਗਰਮ, ਧਰਤੀ ਦਾ ਗਰਮ ਹੋਣਾ ਗਲੋਬਲ ਵਾਰਮਿੰਗ ਹੁੰਦਾ। ਕੀ ਕਾਜ਼ਸ ਦੱਸ ਸਕਦੇ ਹੋ, ਬੋਲੋ ਸਾਰੇ ਜਣੇ। ਪੋਲੂਸ਼ਨ ਸਰ। ਪੋਲੂਸ਼ਨ ਕਿਹੜਾ ਪੋਲੂਸ਼ਨ? ਨੋਇਸ ਪੋਲੂਸ਼ਨ, 에ਅਰ ਪੋਲੂਸ਼ਨ, 에ਅਰ ਪੋਲੂਸ਼ਨ, ਪਾਰਟਿਕੂਲਰਲੀ 에ਅਰ ਪੋਲੂਸ਼ਨ। ਆਪਾਂ ਨੋਇਸ ਪੋਲੂਸ਼ਨ ਨਹੀਂ ਲਿਖ ਸਕਦੇ, ਵਾਟਰ ਪੋਲੂਸ਼ਨ ਨਹੀਂ ਲਿਖ ਸਕਦੇ, ਸਿਰਫ 에ਅਰ ਪੋਲੂਸ਼ਨ ਇਹਦਾ ਕਾਰਨ ਹੈ। ਔਰ 에ਅਰ ਪੋਲੂਸ਼ਨ ਦੇ ਸੋਰਸਿਸ ਕੀ ਹੈ ਸਰ? ਪਲਾਂਟਸ ਦਾ ਘਟਣਾ, ਡਿਫੋਰਸਟੇਸ਼ਨ। ਹਾਂਜੀ ਸਰ, ਪਲਾਂਟਸ ਦਿਨੋਂ ਦਿਨ ਘਟਦੇ ਜਾ ਰਹੇ। ਜੀ, ਡਿਫੋਰਸਟੇਸ਼ਨ ਮਤਲਬ ਦਰਖਤ ਘਟਦੇ ਜਾ ਰਹੇ। ਹੋਰ ਕੀ ਚੀਜ਼? ਚਲੋ ਇਹ ਦੋ ਕਾਜ਼ਸ ਹੋ ਗਏ। ਦੋ ਕਾਜ਼ ਬਹੁਤ ਆ, ਇੰਨੇ ਕਿ ਦੋ ਕਾਜ਼ ਲਿਖਣ ਵਾਸਤੇ ਬਹੁਤ ਆ। ਇਹਨੂੰ ਲਿਖਣਾ ਕਿੱਦਾਂ ਆ ਉਹ ਹੁਣ ਮੈਂ ਦੱਸੂਗਾ ਵੀ ਕਿਸ ਤਰੀਕੇ ਨਾਲ ਲਿਖ ਸਕਦੇ ਆਪਾਂ। ਪਹਿਲਾਂ ਇਹਨੂੰ ਕਰ ਦਈਏ, ਕਾਜ਼ ਨੂੰ ਕੰਪਲੀਟ ਕਰ ਦਈਏ। ਹੁਣ 에ਅਰ ਪੋਲੂਸ਼ਨ ਕਰਦਾ ਕੌਣ ਪਿਆ? ਫੈਕਟਰੀ, ਵਹੀਕਲ, ਟਰਾਂਸਪੋਰਟ, ਫੈਕਟਰੀ, ਵਹੀਕਲ ਜਿਹੜਾ ਨਿਕਲਦੇ। ਓਕੇ, ਫੈਕਟਰੀਆਂ ਕੌਣ ਚਲਾ ਰਿਹਾ? ਹਿਊਮਨ ਬੀਇੰਗ, ਗਵਰਨਮੈਂਟ। ਹਾਂਜੀ, ਗਵਰਨਮੈਂਟ ਚਲਾ ਰਹੀ ਹੈ। ਹਿਊਮਨਸ। 에ਅਰ ਪੋਲੂਸ਼ਨ ਹੋ ਰਿਹਾ ਇੱਕ ਤੇ ਫੈਕਟਰੀਆਂ ਦੇ ਨਾਲ ਹੋ ਰਿਹਾ, ਠੀਕ ਆ। ਇੱਕ ਹੋ ਰਿਹਾ ਵਾਹੀਕਲਸ ਦੇ ਨਾਲ। ਦੋਵਾਂ ਨੂੰ ਕੌਣ ਆਪਰੇਟ ਕਰਦਾ ਪਿਆ? ਹਿਊਮਨਸ ਕਰਦੇ ਪਏ ਆ, ਐਨੀਮਲਸ ਤੇ ਕਰਦੇ ਨਹੀਂ ਪਏ, ਠੀਕ ਆ। ਦੂਜੀ ਚੀਜ਼ ਆ ਡਿਫੋਰਸਟੇਸ਼ਨ। ਡਿਫੋਰਸਟੇਸ਼ਨ ਵੀ ਕੌਣ ਕਰਦਾ ਪਿਆ? ਹਿਊਮਨਸ ਕਰਦੇ ਪਏ ਆ। ਸੋ ਹਿਊਮਨਸ ਕਰਦੇ ਕਿਉਂ ਪਏ? ਹੁਣ ਇਹਦਾ ਰੀਜ਼ਨ ਕੀ ਆ?
ਵੱਧ ਸਰ ਤੋਂ ਇਨਕਰੀਜ਼ਿੰਗ ਵੱਧ ਮੁਨਾਫਾ ਲੈਣ ਲਈ। ਆਪਣੀ ਜਿਹੜੀ ਲਾਈਫ ਸੈਟੀਸਫਾਈਡ ਕਰਨ ਦੇ ਲਈ। ਹਾਂਜੀ ਤੁਸੀਂ ਕੀ ਕਹਿ ਰਹੇ ਸੀ ਕੰਚਨ, ਤੁਸੀਂ ਕੀ ਕਹਿ ਰਹੇ ਸੀ? ਸਰ ਇਨਕਰੀਜ਼ ਪੋਪੂਲੇਸ਼ਨ, ਜਿੰਨੀ ਪੋਪੂਲੇਸ਼ਨ ਇਨਕਰੀਜ਼ ਹੁੰਦੀ ਫਿਰ ਉਹਦੇ ਰਹਿਣ ਵਾਸਤੇ ਡਿਫੋਰੈਸਟੇਸ਼ਨ ਕੀਤੀ ਜਾਂਦੀ ਆ। ਹਾਂਜੀ, ਹੁਣ ਇੱਥੇ ਮੈਂ ਲਿਖ ਸਕਦਾ ਹਾਂ ਵੀ ਚੇਂਜਿੰਗ ਲਾਈਫਸਟਾਈਲ ਆਫ ਹਿਊਮਨਸ। ਹੁਣ ਇੱਥੇ ਮੈਂ ਚੇਂਜਿੰਗ ਲਾਈਫਸਟਾਈਲ ਕਿਉਂ ਲਿਖਿਆ? ਮੈਂ ਸਿੰਪਲੀ ਵੀ ਲਿਖ ਸਕਦਾ ਵੀ ਹਿਊਮਨਸ ਕਾਜ਼ਿੰਗ ਦਿਸ, ਕਿਉਂਕਿ ਇੱਥੇ ਲਿਖਿਆ ਹੋਇਆ ਬਾਈ ਪੀਪਲ ਆਫ 21st ਸੈਂਚੁਰੀ, ਯਾਨੀ ਕਿ ਇਹਨਾਂ ਨੂੰ ਜਿਹੜੀ ਆ ਪ੍ਰੋਬਲਮ ਹੈ, ਗਲੋਬਲ ਵਾਰਮਿੰਗ ਦੀ ਪ੍ਰੋਬਲਮ ਹੈ, ਇਹਨਾਂ ਨੂੰ ਜ਼ਿਆਦਾ ਫੇਸ ਕਰਨੀ ਪਈ ਹੈ ਕਿਉਂਕਿ ਇਹਨਾਂ ਨੇ ਆਪਣਾ ਰਹਿਣ ਸਹਿਣ ਦਾ ਤਰੀਕਾ ਚੇਂਜ ਕਰ ਲਿਆ। ਹੁਣ 17th ਸੈਂਚੁਰੀ 16th ਸੈਂਚੁਰੀ ਉਦੋਂ ਗਲੋਬਲ ਵਾਰਮਿੰਗ ਦੀ ਗੱਲ ਤੇ ਨਹੀਂ ਹੁੰਦੀ, ਠੀਕ ਹੈ, ਉਦੋਂ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਹੋ ਰਹੀ। ਹੁਣ ਉਦੋਂ ਤੋਂ ਆਪਾਂ ਹੁਣ ਵੱਖਰੇ ਤਰੀਕੇ ਦੇ ਨਾਲ ਰਹਿ ਰਹੇ ਹਾਂ, ਠੀਕ ਹੈ। ਦੈਟਸ ਵਾਈ ਮੈਂ ਮੇਨ ਪੁਆਇੰਟ ਲਿਖਿਆ ਆਪਣਾ ਟੌਪੀਕਲ ਸੈਂਟੈਂਸ ਲਿਖਿਆ ਚੇਂਜਿੰਗ ਲਾਈਫਸਟਾਈਲ ਆਫ ਹਿਊਮਨਸ। ਹੁਣ ਮੈਂ ਇਹਨੂੰ ਮੇਰਾ ਟੌਪਿਕ ਹੋ ਗਿਆ ਟੌਪੀਕਲ ਸੈਂਟੈਂਸ, ਇਹਨੂੰ ਅੱਗੇ ਮੈਂ ਲਿਖਣਾ ਵੀ ਕਿਸ ਤਰੀਕੇ ਦੇ ਨਾਲ ਮੈਨੂੰ ਐਕਸਪਲੇਨ ਕਰਨਾ, ਠੀਕ ਹੈ। ਹੁਣ ਇੱਥੇ ਮੈਂ ਲਿਖਣਾ ਕਿੱਦਾਂ? ever increasing population of humans demanding, ज़्यादा डिमांड हो रही है हर एक चीज़ की, more resources such as space for living, ਰਹਿਣ ਦੇ ਲਈ ਘਰ ਚਾਹੀਦਾ, ਫਿਰ ਉਹਦੇ ਨਾਲ ਕੀ ਹੋ ਰਿਹਾ? causing, ਜਾਂ ਇੱਥੇ ਆਪਾਂ ਲਿਖ ਸਕਦੇ ਇਹਨੂੰ ਥੋੜਾ ਸੀਕੁਐਂਸ ਵਾਈਜ਼ ਪਹਿਲਾਂ ਹੀ ਲਿਖ ਦਿੰਦਾ ਮੈਂ, demanding more resources, over exploitation, over exploitation of fuel resources, causing more emission of, spelling गलत है, emission of carbon, ਕਾਰਬਨ emission ਜਿਹੜਾ ਜ਼ਿਆਦਾ ਹੋ ਰਿਹਾ ਤੇ causing air pollution ਹੋ ਗਿਆ ਫਿਰ ਇਹਦੇ ਨਾਲ। ਇੱਥੇ ਹੁਣ ਆਪਾਂ ਲਿਖ ਸਕਦੇ ਹਾਂ ਮੋਰ ਓਵਰ ਪਾ ਕੇ ਲਿਵਿੰਗ ਸਪੇਸ ਦੀ ਡਿਮਾਂਡ ਵੀ ਜਿਹੜੀ ਵੱਧ ਗਈ ਹੈ। ਲਿਵਿੰਗ ਸਪੇਸ ਤੇ ਐਸਟੈਬਲਿਸ਼ਮੈਂਟ ਆਫ ਫੈਕਟਰੀਜ਼, ਜਿਹਦੇ ਕਰਕੇ ਕੀ ਹੋ ਰਹੀ ਹੈ? ਡੀਫੋਰਸਟੇਸ਼ਨ, ਤੇ ਜਿਹੜੇ ਟਰੀਜ਼ ਰਹਿ ਗਏ ਆ, ਪਲਾਂਟਸ ਰਹਿ ਗਏ ਆ, ਉਹ ਅਨਏਬਲ ਆ ਜੋ ਵੀ ਕਾਰਬਨ ਹੋ ਰਿਹਾ ਉਹਨੂੰ ਅਬਜ਼ੌਰਬ ਕਰਨ ਦੇ ਵਿੱਚ, ਜੋ ਕਾਰਬਨ ਐਮਿਟ ਹੋ ਰਿਹਾ ਉਹਨੂੰ ਅਬਜ਼ੌਰਬ ਕਰਨ ਦੇ ਵਿੱਚ, ਠੀਕ ਹੈ। ਇਸ ਕਰਕੇ ਜਿਹੜਾ ਧਰਤੀ ਦਾ ਟੈਂਪਰੇਚਰ ਜਿਹੜਾ ਰਾਈਜ਼ ਹੋਈ ਜਾ ਰਿਹਾ। ਲਾਸਟ ਤੇ ਆਪਾਂ ਰਿਜ਼ਲਟ ਦੇਖ ਰਹੇ ਇੱਥੇ, ਇੱਥੇ ਆਪਾਂ ਲਿਖਣਾ ਰਿਜ਼ਲਟ, ਰਾਈਜ਼ਿੰਗ ਟੈਂਪਰੇਚਰ, ਠੀਕ ਹੈ। ਇਹ ਚੀਜ਼ ਆ ਗਈ ਇਹਦੀ। ਹੁਣ ਆਹ ਵਾਲਾ ਸਾਡੇ ਕੋਲ ਆ ਗਿਆ ਟੌਪੀਕਲ ਸੈਂਟੈਂਸ, ਇਸ ਵਨ ਇਜ਼ ਟੌਪੀਕਲ ਸੈਂਟੈਂਸ। ਫਿਰ ਅੱਗੇ ਜਿਹੜਾ ਲਾਲ ਪੋਰਸ਼ਨ ਹੈ ਉਹ ਆ ਸਾਰੀ ਦੀ ਸਾਰੀ ਐਕਸਪਲੇਨੇਸ਼ਨ, ਲਾਸਟ ਤੇ ਰਿਜ਼ਲਟ, ਤੇ ਇੱਥੇ ਹੁਣ ਐਗਜ਼ਾਮਪਲ ਲਿਖਣੀ ਹੈ, ਐਗਜ਼ਾਮਪਲ ਤੁਸੀਂ ਖੁਦ ਲਿਖਣੀ ਹੈ, ਠੀਕ ਹੈ। ਇਸੇ ਤਰੀਕੇ ਦੇ ਨਾਲ ਹੁਣ ਜੇ ਆਪਾਂ ਇਫੈਕਟਸ ਦੀ ਗੱਲ ਕਰੀਏ, ਇਫੈਕਟਸ ਕੀ ਹੈ ਇਹਦੇ, ਕੀ ਇਫੈਕਟ ਹੁੰਦਾ? ਗਲੇਸ਼ੀਅਰ ਮੈਲਟ ਹੋਈ ਜਾ ਰਿਹਾ, ਗਲੇਸ਼ੀਅਰ ਸਮਝਦੇ ਨਾ, ਜਿਹੜੇ ਵੱਡੇ ਵੱਡੇ ਪਹਾੜ ਆ ਬਰਫ਼ ਦੇ, ਉਹ ਮੈਲਟ ਹੋਈ ਜਾ ਰਹੇ ਆ, ਉਹਦੇ ਨਾਲ ਕੀ ਹੋ ਰਿਹਾ? ਫਲੱਡ ਆ ਰਹੇ ਕੋਸਟਲ ਏਰੀਆਜ਼ ਦੇ ਵਿੱਚ, ਕੋਸਟਲ ਏਰੀਆ ਜਿਹੜੀ ਸਮੁੰਦਰ ਦੇ ਕੰਢੇ ਜਿਹੜੇ, ਉੱਥੇ ਫਲੱਡ ਆ ਰਹੇ ਆ, ਠੀਕ ਹੈ। ਇਹਦੇ ਦੋ ਇਫੈਕਟ ਹੋ ਸਕਦੇ ਆ ਮੇਨ।
ਹੋਰ ਪੇਜ ਤੋਂ ਇਲਾਵਾ ਤੁਸੀਂ ਐਡ ਆਨ ਕਰਨਾ ਚਾਹੁੰਦੇ ਹੋ? ਸਰ ਮੈਨੂੰ ਵੀ ਡੈਮੇਜ ਹੁੰਦਾ ਹਾਂਜੀ ਗਲੋਬਲ ਵਾਰਮਿੰਗ ਨਾਲ ਸਕਿਨ ਤੇ ਪ੍ਰੋਬਲਮ ਆ ਰਹੀ ਹੈ ਨਾ, ਕੈਂਸਰ ਵਰਗੀਆਂ ਤੇ ਬਿਮਾਰੀਆਂ ਪੈਦਾ ਹੋ ਰਹੀਆਂ। ਲੰਗ ਪ੍ਰੋਬਲਮ, ਲੰਗ ਵੀ ਡੈਮੇਜ ਹੋ ਜਾਂਦੀ pollution ਕਰਕੇ। ਓਕੇ, ਫਿਰ ਹਿਊਮਨ ਹੈਲਥ ਲਿਖ ਦਿੰਦੇ ਆ, ਸਕਿਨ ਤੇ ਲੰਗਸ ਦੋਵੇਂ ਆ ਜਾਣਗੇ। ਹਾਂਜੀ, ਸਕਿਨ ਤੇ ਪ੍ਰੋਬਲਮਸ ਹੋ ਰਹੀਆਂ, ਕੈਂਸਰ ਵਰਗੀਆਂ ਬਿਮਾਰੀਆਂ। ਠੀਕ ਆ, ਇਹ ਲਿਖਦੇ ਆਪਾਂ ਹਿਊਮਨ ਹੈਲਥ। ਹੁਣ ਇਹਨੂੰ ਸੀਕੁਐਂਸ ਵਾਈਜ਼ ਅਰੇਂਜ ਕਰਨਾ, ਇਹਦਾ ਟੌਪੀਕਲ ਸੈਂਟੈਂਸ ਕੀ ਬਣੂਗਾ? ਇਹਦਾ ਟੌਪੀਕਲ ਸੈਂਟੈਂਸ ਕੀ ਬਣ ਸਕਦਾ? Devastating effects on living space, ਰਹਿਣ ਦੀ ਜਗ੍ਹਾ ਤੇ, ਜਾਂ ਫਿਰ ਇੱਥੇ ਲਿਖ ਸਕਦੇ ਆਪਾਂ ਲਿਵਿੰਗ ਸਪੇਸ ਆਲਰੇਡੀ ਵਰਕ ਚੁੱਕੇ, devastating effect on surroundings, human surroundings, ਯਾਨੀ ਕਿ ਬਹੁਤ ਪ੍ਰਭਾਵਿਤ ਕਰਦੇ ਪਏ ਆ। ਡੈਵਸਟੇਟਿੰਗ ਮਤਲਬ ਤਬਾਹੀ ਵਾਲੇ ਇਫੈਕਟ ਹੋ ਰਹੇ ਆ ਇਹਦੇ ਉੱਤੇ। ਹੁਣ ਇਹਨੂੰ ਐਕਸਪਲੇਨ ਕਿਸ ਤਰੀਕੇ ਨਾਲ ਕਰਨਾ? ਐਕਸਪਲੇਨੇਸ਼ਨ ਇਹਦੀ ਹੁਣ ਇੱਥੇ ਆਪਾਂ ਲਿਖ ਸਕਦੇ ਹਾਂ ਵੀ ਜਿਹੜੀ ਆ ਧਰਤੀ ਦਾ ਟੈਂਪਰੇਚਰ ਰਾਈਜ਼ ਹੋਣ ਦੇ ਨਾਲ ਗਲੇਸ਼ੀਅਰ ਮੈਲਟ ਹੋ ਜਾਂਦੇ ਆ, ਜਿਹਦੇ ਕਰਕੇ ਜਿਹੜਾ ਵੀ ਸਮੁੰਦਰ ਦੇ ਵਿੱਚ ਪਾਣੀ ਵੱਧਦਾ ਜਾ ਰਿਹਾ। ਰਾਈਜ਼ਿੰਗ ਲੈਵਲ ਆਫ ਵਾਟਰ, ਫਲੱਡਸ ਇਨ ਕੋਸਟਲ ਏਰੀਆਜ਼, ਇਹ ਆ ਗਿਆ। ਹੁਣ ਜਿਹੜਾ ਤੁਸੀਂ ਸੈਕਿੰਡ ਪੁਆਇੰਟ ਲਿਖਾਇਆ ਹੈਲਥ ਦਾ, ਹੈਲਥ ਦੇ ਕੀ ਆ? ਉਹ ਹੁੰਦਾ ਕਿੱਦਾਂ? ਡਿਪਲੀਸ਼ਨ ਆਫ ਓਜ਼ੋਨ ਲੇਅਰ। ਇੱਕ ਓਜ਼ੋਨ ਲੇਅਰ ਆ ਧਰਤੀ ਦੇ ਉੱਪਰ, ਠੀਕ ਹੈ, ਉਹ ਜਿਹੜੀ ਆ ਖਰਾਬ ਹੋਈ ਜਾ ਰਹੀ ਹੈ, ਜਿਹਦੇ ਕਰਕੇ ਹਾਰਮਫੁਲ ਰੇਜ਼ ਐਂਟਰ ਹੁੰਦੀਆਂ ਪਈਆਂ ਅਰਥ ਦੇ ਐਟਮੋਸਫੇਅਰ ਦੇ ਵਿੱਚ। ਉਹਦੇ ਨਾਲ ਕੀ ਹੋ ਰਿਹਾ? causing severe diseases to living beings, ਉਹਦੇ ਨਾਲ living beings ਦੇ ਬਿਮਾਰੀਆਂ ਲੱਗਦੀਆਂ ਪਈਆਂ। ਠੀਕ ਹੈ, ਇਹ ਹੋ ਗਿਆ ਹੁਣ ਇਹਦਾ ਇਫੈਕਟ। ਹੁਣ ਆਪਾਂ ਕੀਤਾ ਕੀ ਹੈ? ਦੇਖੋ ਚੀਜ਼ ਉਹੀ ਕੀਤੀ ਆਪਾਂ, ਮਲਟੀਪਲ ਸੋਲੂਸ਼ਨ ਤੇ ਦੱਸੇ ਆ। ਠੀਕ ਹੈ, ਆ ਰਿਹਾ ਇੱਥੇ ਮਲਟੀਪਲ ਸੋਲੂਸ਼ਨ, ਇਹ ਦੱਸੇ ਆ ਸਾਰੇ ਦੇ ਸਾਰੇ ਰੈੱਡ ਦੇ ਵਿੱਚ ਐਜ਼ ਅ ਫਾਰਮ ਆਫ ਐਕਸਪਲੇਨੇਸ਼ਨ। ਬਸ ਆਪਾਂ 7 ਬੈਂਡ 7.5 ਬੈਂਡ ਟਾਰਗੇਟ ਕਰਨ ਲਈ ਇੱਕ ਉੱਪਰ ਜਿਹੜਾ ਹੈਡਿੰਗ ਬਣਾ ਲੈਣਾ, ਹਰ ਇੱਕ ਦਾ ਜਿਹੜਾ ਪੈਰਾਗ੍ਰਾਫ ਹੈ ਉਹਦਾ ਇੱਕ ਹੈਡਿੰਗ ਜਿਹੜਾ ਫਸਟ ਲਾਈਨ 'ਚ ਡਿਸਕ੍ਰਾਈਬ ਕਰਦਾ। ਇੱਥੇ ਇਹਦੀ ਲਾਸਟ ਤੇ ਫਿਰ ਆਪਾਂ ਦੇਣੀ ਇਹਦੀ ਐਗਜ਼ਾਮਪਲ। ਉਹ ਤੁਸੀਂ ਖੁਦ ਬਣਾਓਗੇ। ਠੀਕ ਹੈ, ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦਾ ਪਹਿਲਾ ਪੁਆਇੰਟ ਕੀ ਹੋਣਾ? ਪੈਰਾਫਰੇਜ਼ਿੰਗ ਕਰਨੀ, ਯਾਨੀ ਕਿ ਇਹਨੂੰ ਆਪਣੇ ਮੀਨਿੰਗ 'ਚ ਜੋ ਇੱਥੇ ਥੀਸਿਸ ਹੈ ਉਹ ਹੀ ਆਊਟਲਾਈਨਡ ਹੈ। ਦੈਨ ਬੋਡੀ ਪੈਰਾਗ੍ਰਾਫ 1, ਇਹ 'ਚ ਪਹਿਲਾਂ ਪੁਆਇੰਟ ਜਿਹੜਾ ਮੇਨ, ਸੈਕਿੰਡ ਐਕਸਪਲੇਨੇਸ਼ਨ, ਸਪੈਲਿੰਗ ਦੇਖ ਲਿਓ ਗਲਤ ਹੋਣਾ ਹੈ, ਲਾਸਟ ਤੇ ਐਗਜ਼ਾਮਪਲ, ਸੌਰੀ ਰਿਜ਼ਲਟ ਪਹਿਲਾਂ ਆਉਣਾ ਵਿੱਚ ਇਹਦੇ, ਫੋਰਥ ਐਗਜ਼ਾਮਪਲ। ਹੁਣ ਸਿਰਫ ਕਾਜ਼ਿਸ ਵਾਲੇ ਪੈਰਾਗ੍ਰਾਫ ਦੇ ਵਿੱਚ ਹੀ ਰਿਜ਼ਲਟ ਆਉਂਦਾ, ਇਹ ਗੱਲ ਦਾ ਧਿਆਨ ਰੱਖਿਓ। ਜਿਹੜਾ ਪੈਰਾਗ੍ਰਾਫ ਆ ਕਾਜ਼ ਵਾਲਾ, ਸਿਰਫ ਇੱਥੇ ਇੱਕ ਪੁਆਇੰਟ ਐਕਸਟਰਾ ਰਿਜ਼ਲਟ ਹੁੰਦਾ, ਤੇ ਰਿਜ਼ਲਟ ਵੀ ਉਹੀ ਹੈ ਜੋ ਸਟੇਟਮੈਂਟ 'ਚ ਗਿਵਨ ਹੁੰਦਾ, ਕੋਈ ਐਕਸਟਰਾ ਰਿਜ਼ਲਟ ਨਹੀਂ ਐਡ ਹੁੰਦਾ। ਇਨ ਕੇਸ ਜੇ ਤੁਸੀਂ ਇਫੈਕਟਸ ਇੱਥੇ ਨਹੀਂ ਹੈ, ਇੱਥੇ ਸੋਲੂਸ਼ਨ ਲਿਖਦੇ ਪਏ ਹੋ ਤੇ ਕੋਈ ਐਕਸਟਰਾ ਰਿਜ਼ਲਟ ਜਿਹੜਾ ਇਫੈਕਟ ਹੋ ਰਿਹਾ ਉਹ ਐਡ ਆਨ ਕਰ ਸਕਦੇ ਹੋ। ਬਟ ਜੇ ਤੁਸੀਂ ਕਾਜ਼ ਐਂਡ ਇਫੈਕਟ ਲਿਖਦੇ ਪਏ ਹੋ ਤੇ ਰਿਜ਼ਲਟ ਉਹੀ ਜਿਹੜਾ ਉੱਪਰ ਸਟੇਟਮੈਂਟ 'ਚ ਗਿਵਨ ਹੈ। ਦੈਨ ਬੋਡੀ ਪੈਰਾਗ੍ਰਾਫ 2, ਉਹ 'ਚ ਸਭ ਤੋਂ ਪਹਿਲਾਂ ਪੁਆਇੰਟ ਜਿਹੜਾ ਮੇਨ, ਸੈਕਿੰਡ ਸੈਂਟੈਂਸ explain, third sentence example,
ਲਾਸਟ ਤੇ ਕੰਕਲੂਜਨ ਦੇ ਵਿੱਚ ਸਭ ਤੋਂ ਪਹਿਲਾਂ ਪੈਰਾਫਰੇਜ਼ਿੰਗ, ਉਸ ਤੋਂ ਬਾਅਦ point 1 explain 1 and last ਤੇ point 2 explain 2। ਇਹ ਸਾਰੀਆਂ ਚੀਜ਼ਾਂ ਇਹ ਜੇ ਕਿਸੇ ਨੂੰ ਕੋਈ ਡਾਊਟ ਹੈਗਾ ਤੇ ਪੁੱਛ ਸਕਦੇ ਹੋ। ਸਰ ਇੱਕ ਵਾਰੀ ਉਹ ਰਿਜ਼ਲਟ ਵਾਲਾ ਦੱਸਿਓ ਦੁਬਾਰਾ। ਰਿਜ਼ਲਟ ਆ ਵੀ ਜੋ ਆਪਾਂ ਪੁਆਇੰਟ ਐਕਸਪਲੇਨੇਸ਼ਨ ਇੱਥੇ ਜੋ ਲਿਖਿਆ ਵੀ ਹਿਊਮਨ ਦਾ ਲਾਈਫ ਸਟਾਈਲ ਚੇਂਜ ਹੋਈ ਜਾ ਰਿਹਾ, ਜਿਹਦੇ ਕਰਕੇ ਆ ਪੋਲਿਊਸ਼ਨ ਹੁੰਦਾ ਵਾ ਤੇ ਇੰਡਸਟਰੀਆਂ ਬਣਦੀਆਂ ਪਈਆਂ, ਡਿਫੋਰਸਟੇਸ਼ਨ ਹੋ ਰਹੀ ਹੈ, ਉਹਦੇ ਕਰਕੇ ਜਿਹੜਾ ਵਾ ਗਲੋਬਲ ਵਾਰਮਿੰਗ ਹੋ ਰਹੀ ਆ। ਹੁਣ ਆਹ ਕਾਜ਼ਿਸ ਆ, ਰਿਜ਼ਲਟ ਇੱਥੇ ਕੀ ਲਿਖਿਆ, ਇਹ ਕਾਜ਼ ਨਾ ਹੋਣ ਕੀ ਰਿਹਾ ਵਾ, ਧਰਤੀ ਦਾ ਟੈਂਪਰੇਚਰ ਰਾਈਜ਼ ਹੋਈ ਜਾ ਰਿਹਾ, ਇਹ ਰਿਜ਼ਲਟ ਲਿਖਿਆ ਹੈ ਇੱਥੇ। ਯਾਨੀ ਸਿਰਫ ਇੱਕ ਸਿੰਪਲ ਸੈਂਟੈਂਸ ਐਡ ਆਨ ਕਰਨਾ, ਇੱਕ ਸੈਂਟੈਂਸ ਤੁਸੀਂ ਇਹਦਾ ਬਣਾ ਰਹੇ ਹੋ, ਠੀਕ ਆ। ਸਪੋਜ਼ 2 ਸੈਂਟੈਂਸ ਤੁਹਾਡੇ ਇਹਦੇ ਬਣ ਗਏ ਐਕਸਪਲੇਨੇਸ਼ਨ ਦੇ, 3 ਸੈਂਟੈਂਸ ਹੋ ਗਏ, ਚੌਥਾ ਸੈਂਟੈਂਸ ਇਹਦਾ ਰਾਈਜ਼ਿੰਗ ਟੈਂਪਰੇਚਰ ਵਾਲੇ ਦਾ ਰਿਜ਼ਲਟ, ਤੇ 5ਵਾਂ ਸੈਂਟੈਂਸ ਇਹਦਾ, 5 ਸੈਂਟੈਂਸ ਇਹਦੇ ਤੁਸੀਂ ਬਣਾਉਣੇ। ਓਕੇ ਸਰ। ਠੀਕ ਆ। ਨਹੀਂ ਸਰ, ਜਿਹੜਾ ਤੁਸੀਂ ਪਹਿਲਾਂ ਦੱਸਿਆ ਸੀ ਕਿ ਜੇ ਆਪਾਂ ਸੋਲੂਸ਼ਨ ਲਿਖਣ ਦੇ ਤੇ ਉਹਦਾ ਰਿਜ਼ਲਟ ਕਿੱਦਾਂ? ਜੇ ਆਪਾਂ ਲਿਖਦੇ ਪਏ ਹਾਂ ਕਾਜ਼ ਐਂਡ ਸੋਲੂਸ਼ਨ ਐਸੇ, ਠੀਕ ਹੈ। ਜੇ ਮੇਰੇ ਕੋਲ ਹੈਗਾ ਕਾਜ਼ ਐਂਡ ਸੋਲੂਸ਼ਨ, ਹੁਣ ਜੋ ਵੀ ਆ, ਹੁਣ ਆਪਾਂ ਇੱਥੇ ਲਿਖਿਆ ਕਾਜ਼ ਐਂਡ ਇਫੈਕਟ, ਜੇ ਮੇਰੇ ਕੋਲ ਇੱਥੇ ਸੋਲੂਸ਼ਨ ਹੁੰਦੇ, ਇਫੈਕਟ ਮੇਰੇ ਕੋਲ ਫਿਰ ਵੀ ਮੈਨੂੰ ਪਤਾ ਹੈ ਨਾ ਵੀ ਗਲੇਸ਼ੀਅਰ ਮੈਲਟ ਹੋ ਰਿਹਾ, ਹਾਂਜੀ, ਠੀਕ ਹੈ। ਉਹ ਮੈਂ ਇੱਥੇ ਐਡ ਆਨ ਕਰ ਸਕਦਾ ਸੀ ਰਿਜ਼ਲਟ, ਜਿਹੜਾ ਟੈਂਪਰੇਚਰ ਰਾਈਜ਼ ਕਰਨ ਦੀ ਥਾਂ ਤੇ ਮੈਂ ਇੱਥੇ ਲਿਖ ਸਕਦਾ ਸੀਗਾ causing ਆ ਜਿਹੜੀ ਚੀਜ਼ ਆ devastating effects on human surroundings, ਆ ਇੱਥੇ ਮੈਂ ਲਿਖ ਸਕਦਾ ਸੀ ਜਿਹੜਾ ਇਫੈਕਟ ਦਾ ਟੌਪੀਕਲ ਸੈਂਟੈਂਸ ਮੈਂ ਇੱਥੇ ਲਿਖ ਦੇਣਾ ਸੀਗਾ, ਫਿਰ ਅੱਗੇ ਸੋਲੂਸ਼ਨ ਕੰਟੀਨਿਊ ਕਰ ਦੇਣਾ, ਠੀਕ ਆ। ਕਿਉਂਕਿ ਇੱਥੇ ਆ ਚੀਜ਼ ਪੁਆਇੰਟ ਨਹੀਂ ਵੀ ਆਉਂਦਾ ਮੇਨ, ਜੇ ਟਾਈਮ ਨਹੀਂ ਵੀ ਲੱਗਦਾ, ਕੋਈ ਵੀ ਇੱਕ ਅੱਧਾ ਛੋਟਾ ਜਿਹਾ ਰਿਜ਼ਲਟ ਵੀ ਲਿਖ ਸਕਦੇ ਹੋ ਇੱਥੇ, ਗਲੇਸ਼ੀਅਰ ਮੈਲਟ ਹੋ ਰਿਹਾ ਜੀ, ਬਸ ਇੰਨਾ ਕਿ ਇੱਕ ਸੈਂਟੈਂਸ ਲਿਖ ਦੇਣਾ ਬਸ। ਕਲੀਅਰ ਹੁਣ? ਹਾਂਜੀ। ਚਲੋ ਮੈਂ ਇਹਨੂੰ ਐਂਡ ਕਰਦਾ ਹੈ ਕਲਾਸ ਨੂੰ, ਟਾਸਕ 1 ਦੀ ਸਟਾਰਟ ਕਰਦਾ ਹੁਣ ਨਾਲ।